ਹੈਲੋ ਦੋਸਤੋ, ਤੁਹਾਡਾ ਆਲ ਪੇਪਰਸ ਮਟੀਰੀਅਲ YouTube ਚੈਨਲ ਵਿੱਚ ਸਵਾਗਤ ਹੈ। ਅੱਜ ਆਪਾਂ ਕਲਾਸ 10 ਦੇ ਸੋਸ਼ਲ ਸਟੱਡੀਜ਼ ਜਿਓਗ੍ਰਾਫੀ ਲੈਸਨ 5 ਲੈਂਡ ਯੂਟਿਲਾਈਜੇਸ਼ਨ ਐਂਡ ਐਗਰੀਕਲਚਰ ਦੇ ਕੁਐਸਚਨ ਆਂਸਰਾਂ ਦੀ ਈਜ਼ੀ ਐਕਸਪਲੇਨੇਸ਼ਨ ਕਰਾਂਗੇ। ਇਸ ਚੈਪਟਰ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ 2 ਮਾਰਕਸ ਦੇ ਕੁਐਸਚਨ ਆਣੇ ਹੈ। ਅੱਜ ਆਪਾਂ 2 ਮਾਰਕਸ ਦੇ ਹਰੇਕ ਇੰਪੋਰਟੈਂਟ ਕੁਐਸਚਨ ਕਰਾਂਗੇ ਜੋ ਕਿ ਤੁਹਾਡੇ ਟਰਮ 2 ਦੇ ਪੇਪਰ ਵਿੱਚ ਆ ਸਕਦੇ ਹਨ। ਤਾਂ ਦੇਖੋ, ਫਸਟ ਕੁਐਸਚਨ ਕੀ ਹੈ। ਵਟ ਇਜ਼ ਐਗਰੀਕਲਚਰ known as the basic mainstay of economic system? Is the first question है about 2/3 of the workers get employment from the agriculture sector। ਇਸ ਦਾ ਮਤਲਬ ਹੈ ਕਿ ਜੋ ਨੌਕਰੀਆਂ ਨੇ ਉਹ ਐਗਰੀਕਲਚਰ ਸੈਕਟਰ ਤੋਂ 2/3 ਮਿਲਦੀਆਂ ਹਨ। ਇਸ ਦਾ ਸੈਕੰਡ ਪੁਆਇੰਟ ਹੈ ਐਗਰੀਕਲਚਰ contributes a large share in gross national income। ਇਹ ਇਸ ਦਾ ਮਤਲਬ ਹੈ ਕਿ ਐਗਰੀਕਲਚਰ ਆਪਣੇ ਇੰਡੀਅਨ ਨੈਸ਼ਨਲ ਇਨਕਮ ਵਿੱਚ ਬਹੁਤ ਜ਼ਿਆਦਾ ਲਾਰਜ ਗਰੋਸ ਸ਼ੇਅਰ ਕਰਦਾ ਹੈ। ਇਸ ਦਾ ਥਰਡ ਪੁਆਇੰਟ ਹੈ ਐਗਰੀਕਲਚਰ ਸੈਕਟਰ ਪ੍ਰੋਵਾਈਡਸ ਰੋ ਮਟੀਰੀਅਲ ਟੂ ਦੀ ਇੰਡਸਟਰੀਜ਼। ਇਸ ਦਾ ਮਤਲਬ ਸਿੰਪਲ ਹੈ ਕਿ ਐਗਰੀਕਲਚਰ ਜੋ ਮਟੀਰੀਅਲ ਮਿਲਦਾ ਹੈ ਉਹ ਰੋ ਮਟੀਰੀਅਲ ਹੁੰਦਾ ਹੈ ਜੋ ਇੰਡਸਟਰੀ ਵਿੱਚ ਕੰਮ ਆਉਂਦਾ ਹੈ। ਇਸ ਦਾ ਸੈਕੰਡ ਕੁਐਸਚਨ ਆਪਾਂ ਦੇਖਦੇ ਹਾਂ। What are the main features of green revolution? First point है the new techniques were used for more production। इसका मतलब है कि नवी तकनीकें यूज़ करी गई प्रोडक्शन ਲਈ क्रॉप प्रोडक्शन ਲਈ। इसका सेकंड पॉइंट है प्रोडक्शन was increased by sharing better quality seeds and chemical fertilizers। इसका मतलब है कि उस क्रॉप ਦੀ प्रोडक्शन ਵਧਾਉਣ ਵਾਸਤੇ ਬੈਟਰ ਕੁਆਲਿਟੀ ਦੇ ਸੀਡਸ ਯੂਜ਼ ਕੀਤੇ ਗਏ ਤੇ ਕੈਮੀਕਲ ਫਰਟੀਲਾਈਜ਼ਰ ਦੀ ਵੀ ਵਰਤੋਂ ਕੀਤੀ ਗਈ। ਤੇ ਇਸਦਾ ਥਰਡ ਕੁਐਸਚਨ ਹੈ ਇਰੀਗੇਸ਼ਨਸ ਰਿਸੋਰਸਿਸ ਵਰ ਪ੍ਰੋਪਰਲੀ। ਇਸ ਦਾ ਮਤਲਬ ਹੈ ਕਿ ਇਰੀਗੇਸ਼ਨ ਫੈਸਿਲਿਟੀਜ਼ ਵੀ ਪੂਰੀ ਦਿੱਤੀ ਗਈਆਂ ਤੇ ਇਸ ਨਾਲ ਕ੍ਰੌਪ ਦੀ ਪ੍ਰੋਡਕਸ਼ਨ ਵੱਧ ਗਈ। ਥਰਡ ਕੁਐਸਚਨ ਹੈ ਵਿਚ ਟਰਮਸ ਜਾਂ ਆਈਟਮਸ ਆਰ ਇਨਕਲੂਡ ਇਨ ਐਗਰੀਕਲਚਰ ਸਾਈਡ। ਇਸ ਦਾ ਆਂਸਰ ਹੈ ਫੂਡ ਕ੍ਰੌਪਸ, ਕਮਰਸ਼ੀਅਲ ਕ੍ਰੌਪਸ, एनिमल हस्बेंड्री, हॉर्टिकल्चर एंड फॉरेस्ट्स। फोर्थ क्वेश्चन है व्हाट इज द डिफरेंस बिटवीन मिल्क कैटल एंड द वर्किंग लोड एनिमल्स। इसका मतलब है मिल्क कैटल्स आर दैट एनिमल्स फ्रॉम विच milk we get milk such as cow, buffalo, etc. whereas working load animals are those which helps the farmer in heavy work like transportation and working in the fields such as oxen, etc. ਇਸ ਦਾ ਮਤਲਬ ਹੈ ਕਿ ਜੋ ਮਿਲਕ ਕੈਟਲ ਹੁੰਦੇ ਆ ਉਹਨਾਂ ਤੋਂ ਆਪਾਂ ਨੂੰ ਦੁੱਧ ਮਿਲਦਾ ਹੈ, ਜਿਵੇਂ ਕਿ ਕਾਓ ਹੋ ਗਏ, ਬਫੈਲੋ ਹੋ ਗਏ। ਅਤੇ ਜਿਹੜੀ ਦੂਸਰੀ ਹੁੰਦੀਆਂ ਹਨ ਵਰਕਿੰਗ ਲੋਡ ਐਨੀਮਲਸ, ਉਹ ਜਿਵੇਂ ਕਿ ਬਲਦ ਜੋ ਫਾਰਮਰਸ ਦੀ ਖੇਤੀ ਕਰਨ ਵਿੱਚ ਹੈਲਪ ਕਰਦਾ ਹੈ। ਇਹਦਾ ਫਿਫਥ ਕੁਐਸਚਨ ਹੈ ਵਟ ਇਜ਼ ਦ ਡਿਫਰੈਂਸ ਬਿਟਵੀਨ ਕਰੰਟ ਫੈਲੋ ਲੈਂਡ ਐਂਡ ਓਲਡ ਫੈਲੋ ਲੈਂਡ। ਇਸ ਦਾ ਮਤਲਬ ਹੈ ਕਿ the land left fallow from the season or 2 is called current fallow land। ਜੋ ਲੈਂਡ 1 ਜਾਂ 2 ਸਾਲ ਤੋਂ ਬੰਜਰ ਪਈ ਹੋਵੇ ਉਸ ਨੂੰ ਕਰੰਟ ਫੈਲੋ ਲੈਂਡ ਕਹਿੰਦੇ ਹਨ। ਅਤੇ ਜਿਹੜੀ ਓਲਡ ਫੈਲੋ ਲੈਂਡ ਹੈ ਉਹ ਉਸ ਨੂੰ ਬਹੁਤ ਸਾਲ ਹੋ ਗਏ ਹੋਣ ਉਸ ਨੂੰ ਓਲਡ ਫੈਲੋ ਲੈਂਡ ਕਹਿੰਦੇ ਹਨ। ਅਤੇ ਇਸ ਦੇ ਆਪਾਂ ਨੈਕਸਟ ਕੁਐਸਚਨ ਕਰਦੇ ਹਨ। ਅਤੇ ਇਸ ਦਾ ਆਪਾਂ 6th ਕੁਐਸਚਨ ਦੇਖਦੇ ਹਾਂ। ਇਸ ਦਾ 6th ਕੁਐਸਚਨ ਹੈ ਵਟ ਕਲਾਈਮੈਟਿਕ ਕੰਡੀਸ਼ਨਸ ਆਰ ਰਿਕੁਆਇਰਡ ਫॉर ਦੀ ਵੀਟ ਕਲਟੀਵੇਸ਼ਨਸ। ਇਸ ਦਾ ਮਤਲਬ ਹੈ ਕਿ ਜੇ ਵੀਟ ਆਪਾਂ ਨੇ ਕਣਕ ਨੂੰ ਉਗਾਉਣਾ ਹੈ ਤਾਂ ਉਸ ਲਈ ਕਿਆ ਚੀਜ਼ਾਂ ਚਾਹੀਦੀਆਂ ਹਨ। ਵੀਟ ਰਿਕੁਆਇਰਡ ਕੋਲਡ ਐਂਡ ਮੋਸਟ ਕਲਾਈਮੇਟ ਐਟ ਦੀ ਟਾਈਮ ਆਫ ਸੋਇੰਗ ਐਂਡ ਵਾਰਮ ਐਂਡ ਡਰਾਈ ਕਲਾਈਮੇਟ ਐਟ ਦੈਟ ਟਾਈਮ ਆਫ ਰੀਪਿੰਗ। ਇਸ ਦਾ ਮਤਲਬ ਹੈ ਕਿ ਉਸ ਨੂੰ ਬੀਜਣਾ ਹੈ ਤਾਂ ਉਸ ਲਈ ਕੋਲਡ ਅਤੇ ਥੋੜ੍ਹਾ ਜਿਹਾ ਮੋਸਟ ਕਲਾਈਮੇਟ ਚਾਹੀਦਾ ਹੈ, ਪਰ ਜਦ ਉਸ ਨੂੰ ਪੱਕਣਾ ਹੈ ਉਸ ਲਈ ਉਸ ਨੂੰ ਗਰਮ ਅਤੇ ਸੁੱਕਾ ਕਲਾਈਮੇਟ ਚਾਹੀਦਾ ਹੈ। ਇਹਦਾ ਸੈਕੰਡ ਪੁਆਇੰਟ ਹੈ ਜਿਹੜੀ ਰੇਨਫੋਲ ਹੈ ਉਹ 50 ਤੋਂ 75% ਹੀ ਰਹਿਣੀ ਚਾਹੀਦੀ ਹੈ। ਅਤੇ ਥਰਡ ਪੁਆਇੰਟ ਹੈ ਲੈਂਡ ਸ਼ੁੱਡ ਬੀ ਪਲੇਨ ਫॉर ਕਲਟੀਵੇਸ਼ਨਸ। ਇਸਦਾ ਮਤਲਬ ਹੈ ਕਿ ਜੋ ਧਰਤੀ ਹੈ ਉਹ ਪਲੇਨ ਹੋਣੀ ਚਾਹੀਦੀ ਹੈ ਜੋ ਆਪਣੇ ਪੰਜਾਬ ਹਰਿਆਣਾ ਵਿੱਚ ਹੈ। ਇਸਦਾ ਫੋਰਥ ਕੁਐਸਚਨ ਹੈ ਰੱਬੀ ਸੀਜ਼ਨ ਇਜ਼ ਦੀ ਬੈਸਟ ਫॉर ਦੀ ਵੀਟ ਕ੍ਰੌਪਸ। ਇਸਦਾ ਮਤਲਬ ਹੈ ਕਿ ਜੋ ਵੀਟ ਉਗਾਉਣ ਵਾਸਤੇ ਰੱਬੀ ਸੀਜ਼ਨ ਸਭ ਤੋਂ ਬੈਸਟ ਹੈ। 7th ਕੁਐਸਚਨ ਹੈ ਨੇਮ ਦੀ ਮੇਨ ਪੈਡੀ ਗਰੋਇੰਗ ਏਰੀਆਸ ਆਫ ਦੀ ਕੰਟਰੀ। ਇਸ ਵਿੱਚ ਲਿਖਣਾ ਹੈ ਕਿ ਜੋ ਝੋਨੇ ਨੂੰ ਉਗਾਉਂਦੇ ਏਰੀਆਜ਼ ਹੈ ਆਪਣੇ ਕੰਟਰੀ ਵਿੱਚ ਉਹਨਾਂ ਦੇ ਨਾਮ ਲਿਖਣੇ ਹਨ।
ਤੇ ਉਹ ਕਿਹੜੇ ਏਰੀਆਜ਼ ਹਨ? ਦੀ ਈਸਟ ਐਂਡ ਵੈਸਟ ਕੋਸਟਲ ਪਲੇਨਸ, ਡੈਲਟਿਕ ਰੀਜਨਸ, ਲੋਅਰ ਹਿਲਸ ਐਂਡ ਪਲੇਨਸ ਆਫ ਨਾਰਦਰਨ ਇੰਡੀਆ, ਹਿਮਾਲयन फुट हिल्स ऑफ वेस्ट बंगाल, बिहार, ईस्टर्न उत्तर प्रदेश, ईस्टर्न मध्य प्रदेश, छत्तीसगढ़, नॉर्दर्न आंध्र प्रदेश, उड़ीसा आर द मेन पेडी ग्रोइंग एरियाज। तो इसका 8th क्वेश्चन है डिस्कस द रिक्वायर्ड कंडीशंस फॉर द प्रोडक्शन ऑफ द शुगर केन। ये शुगर केन उगाने ਲਈ ਕਿਹੜੀ ਉਸ ਦੀ ਕੰਡੀਸ਼ਨਸ ਆ ਲਿਖੋ। ਇਸਦਾ ਫਸਟ ਪੁਆਇੰਟ ਹੈ ਦੇ ਸ਼ੁੱਡ ਬੀ ਵੈਲ ਡਰੇਨਡ ਫਰਟਾਈਲ ਸੋਇਲ ਫॉर द क्रॉप ऑफ शुगर केन। इसका सेकंड पॉइंट है हॉट एंड ह्यूमिड क्लाइमेट इज़ फेवरेबल फॉर इट्स हायर यील्डिंग। तो इसका थर्ड पॉइंट है रेनफॉल शुड बी 100 सेंटीमीटर फॉर प्रोडक्शन ऑफ दिस क्रॉप्स। तो इसके आप 2 क्वेश्चन रह गए उन्होंने भी देखते हैं। तो इसका 9th क्वेश्चन है वट आर द मेन यूजेस ऑफ फॉरेस्ट। ये बहुत ज़्यादा इंपोर्टेंट क्वेश्चन है तो इसनों तुसीं करके जाना है। इस फर्स्ट पॉइंट है फॉरेस्ट प्ले अ वेरी मेजर रोल इन मेंटेनिंग द इकोलॉजिकल बैलेंस। तो इसका सेकंड पॉइंट है फॉरेस्ट आर इकोनॉमिक रिसोर्स ऑफ कंट्री। तो इसका थर्ड पॉइंट है दिस प्रोवाइड अस टिम्बर एंड फ्यूल वुड। इसका मतलब है कि जो टिम्बर लकड़ी है तो आपां यह फ्यूल बालन दी भी प्रोवाइड करता है। इसका 4th पॉइंट है फॉरेस्ट ऑल्सो प्रोवाइड अस लैक, रिजाइन, गम्स, कोल, फ्यूल वुड, हर्ब्स, फूडर एंड ग्रास। तो इसका लास्ट क्वेश्चन देखते हैं वाई इंडियन एग्रीकल्चर इज़ नोन एज सब्सिस्टेंस एग्रीकल्चर। इसमें देखते हैं ड्यू टू द स्मॉल एंड वेरी स्मॉल साइज ऑफ मोस्ट ऑफ लैंड्स होल्डिंग दीज आर नॉट इकोनॉमिकली वायबल एंड इफिशेंट। इसका मतलब है कि जो स्मॉल साइज के लैंड फार्मर्स दे कोल है वो एक अगां फार्मिंग करने ਲਈ एक तरह के इफिशेंट नहीं हैं। तो इसका अगे लिखा है स्मॉल फार्मर्स वर्क वेरी हार्ड बट देयर नैट प्रॉफिट इज़ वेरी लेस। इसका मतलब है कि जो स्मॉल फार्मर्स हैं जिन्होंने को लैंड बहुत घट है वो वर्क तो हार्ड बहुत करते हैं पर उन्होंने जो इनकम है सेविंग्स है वो बहुत घट होंगी है। इट इज़ सो बिकॉज ये क्यों उन्होंने इनकम घट देखते हैं दे हैव टू हायर ट्यूबवैल्स फॉर इरीगेशन एंड अदर एग्रीकल्चर इक्विपमेंट्स फ्रॉम द बिग फार्मर्स। उन्होंने जो इरीगेशन फैसिलिटी है जिवें ट्यूबवैल्स तो इक्विपमेंट्स एग्रीकल्चर इक्विपमेंट्स वो बड़े फार्मर्स तो आधार लेने पैंदे हैं जिन्होंने कार उन्होंने हाई रेट ते आधार दिंदे हैं। तो इस अगे लिखा है उन्होंने एग्रीकल्चर फैसिलिटी फर्टिलाइजर्स तो पैस्टिसाइड्स जो खरीदते हैं वो भी बहुत महंगे होंगे हैं। तो उन्होंने इस करके उन्होंने जो एक्चुअल सेविंग्स है स्मॉल फार्मर्स की वो घट जाती है। तो ड्यू टू दीज रीजनस इंडियन एग्रीकल्चर हैज़ बीन रिकॉर्डेड एज सबसिस्टेंस एग्रीकल्चर। ये क्वेश्चन भी बहुत इंपोर्टेंट है। तो बस अज आप इन्ना ही करांगे। इस दे इंपोर्टेंट क्वेश्चन सन। जे तुहानूं वीडियो वधिया लगी होवे तो अपने दोस्तों नाल शेयर तो इस वीडियो को लाइक जरूर करना। जो तुसीं साडे चैनल तो पहली बार आए हो तो इसनूं सबसक्राइब जरूर करना। धन्यवाद। तुहानूं इस तरह की होर वीडियो इस चैनल पर मिलती रहणगियां। थैंक यू।